भाग पहला समैसटर पहला दे सिलेबस का पाठक्रम का प्रश्न नंबर 4 है संखेप रचना। इस दे कुल नंबर हैं 5। इस प्रश्न चो असी चंगे नंबर किवें प्राप्त करने ने ਇਹਦੇ बारे अज तुहानूं समझाउण दा यतन है। संखेप रचना विचों चंगे नंबर प्राप्त करने लई सब तो पहला जरूरी गल है कि इसका अभ्यास किया जाए। जिन्ने भी तुसी पैरिਆਂ का अभ्यास करोगे उसनूं बार बार पढ़ के दिते हुए पैरे नूं संखेप करना, ਉਹਦਾ जिन्ना अभ्यास करोगे उन्ने ही तुहाडे जिहड़े है नंबर जिहड़े वो वधिया आउणगे, क्योंकि हर एक चीज़ जिहड़ी मुहारत तो बाद ही जिहड़ी वो वधिया तरीके नाल आउंदी है। हुण असीं देखते हैं कि संखेप रचना है कि इसका महत्व की है। संखेप रचना हुंदी है कि कोई भी जिहड़ा पैरा है, कोई भी किसी तरह का भाषण है, प्रवचन है, उसनूं बहुत ही संखेप करके दसना। हुण जिवें कोई भाषण किसी नेता ने भाषण दिता है तो अखबार दे विचों लगाना, पूरे का पूरा भाषण तो लगता नहीं, ਉਹਦੀ फिर ਉਹਦੇ ਵਿੱਚੋਂ ਉਹਨੂੰ संखेप करना आना चाहिए, जिस दे विच कि उसकी गल का तत्त भी रहे, कोई गल विसरे भी ना, तो उन्होंने जड़ा शॉर्ट करके उन्होंने घट करके लिखना। इसका जड़ा महत्व भाषा दे विच बहुत ज़्यादा है। संखेप करन दी एक कला है, संखेप करन दा हुनर है। इस दी अभ्यास करन दे लई विद्यार्थी कोल भाषा की जिहड़ी समर्था जरूरी है। भाषा की शब्दावली, भाषा के वाक बनाने, जिहड़े जिन्ना ही उहदे कोल ज़्यादा भाषा की समर्था होएगी उन्नी ही संखेप रचना वध होएगी। इसलिए वध तो वध तुसी पढ़न की आदत पाओ, अखबारां पढ़न की, स्वै जीवनियां पढ़न की, होर पंजाबी का ਸਾਹਿਤ है ਉਹ ਤੁਸੀਂ ਜਿਹੜਾ ਸੁਭਾਵਿਕ तौर ਤੇ ਜਿਹੜੀ ਤੁਹਾਨੂੰ ਆਦਤ ਪੈ ਜਾਏਗੀ ਤੇ ਉਹ ਤੁਹਾਡੀ ਜਿਹੜੀ ਸ਼ਬਦਾਵਲੀ ਹੈ ਉਹ ਤੁਹਾਡੇ ਜ਼ਿਹਨ ਦਾ ਜਿਹੜਾ ਅੰਗ ਬਣ ਜਾਏਗੀ। ਅਸੀਂ ਪੰਜਾਬੀ ਬਹੁਤ ਜ਼ਿਆਦਾ ਘੱਟ ਲਿਖਦੇ ਆ। ਜਿੰਨਾ ਸਾਨੂੰ ਆਦਤ ਪੈ ਜਾਏਗੀ ਪੰਜਾਬੀ ਲਿਖਣ ਦੀ ਉਨਾ ਹੀ ਸਾਡੇ ਜਿਹੜੇ ਸ਼ਬਦ ਜੋੜ ਠੀਕ ਹੋਣਗੇ, ਵਿਸਰਾਮ ਚਿੰਨ੍ਹ ਠੀਕ ਹੋਣਗੇ। ਬਹੁਤੇ ਵਿਦਿਆਰਥੀ ਪੰਜਾਬੀ ਲਿਖਣ ਦਾ ਅਭਿਆਸ ਨਹੀਂ ਕਰਦੇ। ਜਿਨ ਤੁਸੀਂ ਇਸ ਚੋਂ ਚੰਗੇ ਨੰਬਰ ਪ੍ਰਾਪਤ ਕਰਨੇ ਨੇ ਤੇ ਤੁਹਾਨੂੰ ਜਿਹੜੀ ਪੰਜਾਬੀ ਲਿਖਣ ਦੀ ਆਦਤ ਜੇ ਪਾਓਗੇ ਤਾਂ ਜ਼ਿਆਦਾ ਨੰਬਰ ਵਧੀਆ ਆਉਣਗੇ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰੀਖਿਆ ਦੇ ਪੱਖ ਤੋਂ ਇਸ ਪ੍ਰਸ਼ਨ ਵਿੱਚੋਂ ਵੱਧ ਨੰਬਰ ਕਿਵੇਂ ਪ੍ਰਾਪਤ ਕਰਨੇ ਨੇ। ਇੱਕ ਤਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਹਦਾ ਅਭਿਆਸ ਕਰਨਾ ਹੈ, ਆਪਣਾ ਪੰਜਾਬੀ ਪੜ੍ਹਨ ਦੀ ਆਦਤ ਪਾਉਣੀ ਹੈ, ਪੰਜਾਬੀ ਲਿਖਣ ਦੀ ਆਦਤ ਪਾਉਣੀ ਹੈ। ਇਸ ਤੋਂ ਇਲਾਵਾ ਇਸ ਨੂੰ ਆਪਾਂ ਕਰਨਾ ਕਿਵੇਂ ਹੈ ਪੇਪਰ ਦੇ ਵਿੱਚ। ਹੁਣ ਪੇਪਰ ਦੇ ਵਿੱਚ ਤੁਹਾਨੂੰ ਇੱਕ ਪੈਰਾ ਦਿੱਤਾ ਹੋਇਆ, ਉਹਨੂੰ ਤੁਸੀਂ ਇੱਕ ਵਾਰੀ, 2 ਵਾਰੀ, 3 ਵਾਰੀ ਪੜ੍ਹੋ, ਚੰਗੀ ਤਰ੍ਹਾਂ ਪੜ੍ਹੋ ਵੀ ਤੁਹਾਡੇ ਤੁਹਾਨੂੰ ਸਮਝ ਆ ਜਾਵੇ ਇਸ ਪੈਰੇ ਦੇ ਵਿੱਚ ਕਿਆ ਕੀ ਗਿਆ। ਫਿਰ ਉਹ ਸਮਝ ਉਹਦੇ ਵਿੱਚੋਂ ਜ਼ਰੂਰੀ ਨੁਕਤੇ ਨੋਟ ਕਰ ਲੈਣੇ ਹੈ। ਉਸ ਦੇ ਵਿੱਚੋਂ ਜਿਹੜਾ ਦੁਹਰਾਓ ਹੈ, ਦੁਹਰਾਓ ਨਹੀਂ ਕਰਨਾ, ਬਿਲਕੁਲ ਵੀ ਨਹੀਂ ਕਰਨਾ। ਤੇ ਜਿਹੜੇ ਦਿੱਤੇ ਹੋਏ ਵਿਚਾਰ ਪਹਿਰੇ ਵਾਲੇ ਤੇ ਸ਼ਬਦ ਤੁਹਾਡੇ ਆਪਣੇ ਸਮਾਨਾਰਥਕ ਸ਼ਬਦ ਵਰਤ ਸਕਦੇ ਹੋ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤ ਸਕਦੇ ਹੋ। ਮੁਹਾਵਰੇ ਤੇ ਅਖਾਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਜਿਹੜੇ ਕਿਸੇ ਵੀ ਕਹੀ ਹੋਈ ਗੱਲ ਨੂੰ ਜਿਹੜਾ ਘੱਟ ਕੀਤਾ ਜਾ ਸਕਦਾ ਹੈ। ਹੁਣ ਤੁਸੀਂ ਪੂਰਾ ਪੈਰਾ ਜਿਹੜਾ ਪੜ੍ਹਿਆ, 2-3 ਵਾਰ ਉਹਨੂੰ ਸਮਝਿਆ, ਉਹਨੂੰ ਘੱਟ ਕਰਨ ਦਾ ਕੋਸ਼ਿਸ਼ ਕੀਤੀ। ਉਹਦੇ ਵਿੱਚੋਂ ਜਿਹੜੀਆਂ ਉਦਾਹਰਨਾਂ ਨੇ, ਸਜਾਵਟੀ ਸ਼ਬਦ ਨੇ, ਕਿਸੇ ਦੇ ਕਹੇ ਹੋਏ ਸ਼ਬਦ ਨੇ, ਉਹਨਾਂ ਨੂੰ ਆਪਣੇ ਸ਼ਬਦਾਂ 'ਚ ਬਹੁਤ ਘੱਟ ਕਰਕੇ ਲਿਖ ਦੇਣਾ। ਇਸ ਦੇ ਵਿੱਚ ਅਸੀਂ ਜ਼ਿਆਦਾ ਯਤਨ ਕਰੀਦਾ ਹੈ ਕਿ ਉੱਤਮ ਪੁਰਖ 'ਚ ਨਹੀਂ ਲਿਖਣਾ। ਜਿਹੜਾ ਹੈ ਇਸ ਨੂੰ ਅੰਨ੍ਯ ਪੁਰਖ ਜਾਂ ਅੰਨ੍ਯ ਦੇ ਵਿੱਚ ਲਿਖੀਦਾ। ਸਾਰੇ ਇਸ ਨੂੰ ਆਪਣੇ ਮੈਂ ਵਾਲੇ ਮੈਂ, ਮੇਰਾ, ਅਸੀਂ ਇਹਦੇ ਵਿੱਚ ਨਹੀਂ ਲਿਖੀਦਾ, ਚਾਹੇ ਉਹ ਲੇਖ ਰਚਨਾ ਜਾਂ ਸੰਖੇਪ ਰਚਨਾ। ਫਿਰ ਤੁਸੀਂ ਜਦੋਂ ਸਾਰਾ ਪੈਰਾ ਪੜ੍ਹਿਆ ਉਸ ਦੇ ਵਿੱਚ ਜਿਹੜਾ ਮੁੱਖ ਭਾਵ ਹੈ, ਮੁੱਖ ਵਿਚਾਰ ਹੈ, ਉਹਦੇ 'ਤੇ ਆਧਾਰਿਤ ਤੁਸੀਂ ਜਿਹੜਾ ਸਿਰਲੇਖ ਹੈ, ਸਿਰਲੇਖ ਲਿਖ ਕੇ ਫਿਰ ਉਸ ਤੋਂ ਬਾਅਦ ਤੁਸੀਂ ਉਹ ਸੰਖੇਪ ਰਚਨਾ ਉਹ ਕਰ ਦੇਣੀ ਹੈ। ਸਿਰਲੇਖ ਤੁਸੀਂ ਉੱਪਰ ਵੀ ਲਿਖ ਸਕਦੇ ਹੋ
ਤੇ ਪੈਰੇ ਤੋਂ ਬਾਅਦ ਵੀ ਲਿਖ ਸਕਦੇ ਹੋ। ਸਿਰਲੇਖ ਮੋਟਾ ਲਿਖ ਕੇ ਉਹਦੇ ਅੱਗੇ ਸਿਰਲੇਖ ਲਿਖ ਦੇਣਾ। ਫਿਰ ਥੱਲੇ ਤੁਸੀਂ ਲਿਖਣਾ ਹੈ ਸਾਰੇ ਪੈਰੇ ਦੇ ਦਿੱਤੇ ਹੋਏ ਸ਼ਬਦਾਂ ਦੀ ਗਿਣਤੀ ਕਰ ਲੈਣੀ ਹੈ। ਕੁੱਲ ਕਿੰਨੇ ਸ਼ਬਦ ਨੇ, ਜਿਵੇਂ ਉਦਾਹਰਨ ਦੇ ਲਈ ਜੇ 60 ਨੇ ਤਾਂ ਤੁਹਾਡੇ 20 ਦੇ ਲਾਗੇ ਤੱਕ 2-4 ਸ਼ਬਦ ਘੱਟ ਤੇ 2-4 ਵੱਧ ਹੋਣ, ਉਹਦੇ ਨਾਲ ਕੋਈ ਹਰਜ ਨਹੀਂ, ਪਰ 1/3 ਸ਼ਬਦ ਜਿਹੜੇ ਹੋਣੇ ਚਾਹੀਦੇ ਨੇ। ਤੁਸੀਂ ਅਖੀਰ ਤੇ ਸਿਰਲੇਖ ਲਿਖ ਕੇ ਪੈਰਾ ਲਿਖੋਗੇ ਜਾਂ ਥੱਲੇ ਸਿਰਲੇਖ ਲਿਖੋਗੇ। ਫਿਰ ਸੱਜੇ ਹੱਥ ਤੁਸੀਂ ਲਿਖੋਗੇ ਮੂਲ ਰਚਨਾ ਦੇ ਸ਼ਬਦ, ਕੁੱਲ ਸ਼ਬਦ ਜਿੰਨੇ ਦਿੱਤੇ ਹੋਏ ਪੈਰੇ ਦੇ ਹਨ, ਜਿਹੜਾ ਤੁਹਾਨੂੰ ਪ੍ਰਸ਼ਨ ਪੱਤਰ ਦੇ ਵਿੱਚ ਪੈਰਾ ਆਇਆ। ਉਸ ਤੋਂ ਬਾਅਦ ਤੁਸੀਂ ਲਿਖੋਗੇ ਸੰਖੇਪ ਰਚਨਾ ਦੇ ਸ਼ਬਦ, ਜਿਹੜੇ ਪੈਰੇ ਦੀ ਰਚਨਾ ਤੁਸੀਂ ਕੀਤੀ ਹੈ, ਜਿਸ ਨੂੰ ਤੁਸੀਂ ਸੰਖੇਪ ਕੀਤਾ ਹੈ, ਫਿਰ ਉਹਦੇ ਸ਼ਬਦ। ਇਹ ਮੈਂ ਦੁਬਾਰਾ ਦੁਹਰਾ ਦਿੰਦੀ ਹਾਂ। ਮੂਲ ਰਚਨਾ ਦੇ ਸ਼ਬਦ, ਫਿਰ ਸੰਖੇਪ ਰਚਨਾ ਦੇ ਸ਼ਬਦ, ਇਹ ਲਿਖਣੇ ਜ਼ਰੂਰੀ ਨੇ। ਇਹ ਸੰਖੇਪ ਰਚਨਾ ਕਰਨ ਲਈ ਜ਼ਰੂਰੀ ਗੱਲਾਂ ਹਨ ਤੇ ਉਸ ਦੀ ਪੇਪਰ ਵਿੱਚ ਕਿਵੇਂ ਉਸ ਨੂੰ ਲਿਖਣਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ। ਹੁਣ ਅਸੀਂ ਜਿਹੜਾ ਇਸ ਦਾ ਰੋਜ਼ ਅਭਿਆਸ ਕਰਨਾ ਹੈ। ਰੋਜ਼ ਦਾ ਤੁਸੀਂ ਇੱਕ ਪੈਰਾ ਕਰੋ, ਜਿਹੜੀ ਤੁਸੀਂ ਕਾਪੀ ਲਗਾਈ ਹੈ ਉਹਦੇ ਤੇ ਪੈਰਾ ਮੂਲ ਰਚਨਾ ਦਾ ਵੀ ਲਿਖੋ ਤੇ ਫਿਰ ਉਸ ਤੋਂ ਬਾਅਦ ਉਹਦੀ ਸੰਖੇਪ ਰਚਨਾ ਕਰੋ। ਇਹ ਘੱਟੋ ਘੱਟ ਤੁਹਾਡੇ ਅਭਿਆਸ ਦੇ ਵਿੱਚ 10 ਪੈਰੇ ਜ਼ਰੂਰ ਤੁਸੀਂ ਲਿਖਣੇ ਹਨ। ਇਹ ਤੁਹਾਡਾ ਜਿਹੜਾ ਅਸਾਈਨਮੈਂਟ ਹੈ, ਇਹ ਤੁਸੀਂ ਆਪਣੇ ਉਹਦੇ ਵਿੱਚ ਕਾਪੀ ਦੇ ਵਿੱਚ, ਜਿਹੜੀ ਕਾਪੀ ਮੈਂ ਤੁਹਾਨੂੰ ਬਣਾਉਣ ਲਈ ਕਹੀ, ਉਹਦੇ ਵਿੱਚ ਕਰਨੀ।